जी। गुरु गुरु गुर कर मन मोर, गुरु बिना मैं नाही और। गुर की टेक रहो दिन रात, जाकी कोई न मिटै दात। सतनाम धन वाहिगुरु साहिब जीओ। थावर थिर कर राखै सोय, जोत दी वट्टी घट महै जोए। बाहर भीतर भया प्रगास, तब हुआ सगल कर्म का नाश। जब लग घट महै दूजी आन, तो लो महल ना लाभै जान। रमत राम स्यों लागू रंग, कह कबीर तब निर्मल अंग। वाहिगुरु जी का खालसा, वाहिगुरु जी की फतेह। जुगो जुग अटल चबर छतर तख्त दे मालक गुरु ग्रंथ साहिब जी की पावन पवित्र हजूरी अंदर बड़ी ही श्रद्धा के नाल, बड़े प्रेम के नाल आप गुरु की बाणी का कीर्तन सरवण कर रहे सी। हुण आप जी ने जो 7 वारां की कथा चल रही है, भगत कबीर साहिब जी की ये बाणी राग गौड़ी अंदर 344-45 अंग के उपर दर्ज है। 7 दिनां दे 7 पदे और आरंभ दे विच एक रहाओ की पंक्ति अते एक पदा अखीर दे उत्ते भगत कबीर जी ने उच्चारण किया है। कुल 8 पैरे हैं इस बाणी दे ते एक रहाओ की पंक्ति। रहाओ विच फरमान किया, बार बार हर के गुण गावो, गुर गम भेद सो हर का पावो। कि बार बार अपनी रसना तो वाहिगुरु के गुण गाने, गुणों का उच्चारण करना, गुरु की हजूरी अंदर टिक के प्रभु का भेद, प्रभु की वडियाई की समझ आती है। जदों उस वड्डे परमात्मा की पहचान हो जाती है, फिर उसकी समर्था के उत्ते मान भी हुंदा है, भरोसा भी हुंदा है। दिनां दे नाल बहुत सारे वहम भरम लोगों के विच प्रचलित सन, क्योंकि शुरू के विच जिहड़ी चीज़ मनुख नूं सुख देण वाली सी, उस दे नाल इहने बहुत स्नेह किया। जिस तरह पानी इहदे जीवन दे विच बड़ी वड्डी महत्ता रखदा सी। पानी दे नाल प्यास बुझाउणी, इशनान कर लेना, मैले कपड़े धो लेने, पानी दे राही फसलों की उपज होनी,
ਤੇ ਇਹਨੇ ਪਾਣੀ ਨੂੰ ਦੇਵਤਾ ਕਰਕੇ ਪੂਜਿਆ ਮੰਨਿਆ। ਪਰ ਜਦੋਂ ਪਾਣੀ ਹੜ੍ਹ ਦਾ ਰੂਪ ਧਾਰਨ ਕਰਕੇ ਆ ਗਿਆ, ਫਿਰ ਡਰ ਵੀ ਪੈਦਾ ਹੋਇਆ। ਇਸ ਤਰ੍ਹਾਂ ਸਵਾਰਥ ਅਤੇ ਡਰ ਦੇ ਕਾਰਨ ਵੱਖ-ਵੱਖ ਚੀਜ਼ਾਂ ਦੀ ਪੂਜਾ ਆਰੰਭ ਹੋ ਗਈ। ਅੱਗ ਦੀ ਖੋਜ ਹੋਈ, ਅੱਗ ਦੇ ਨਾਲ ਇਹਨੇ ਬਹੁਤ ਸਾਰੇ ਆਪਣੇ ਕਾਰਜ ਸਵਾਰੇ ਮਨੁੱਖ ਨੇ। ਜਦੋਂ ਅੱਗ ਬਲੀ ਹਨੇਰੇ ਵਿੱਚ ਚਾਨਣ ਕਰ ਲੈਂਦਾ ਸੀ, ਭੋਜਨ ਪਕਾ ਕੇ ਖਾਣ ਲੱਗ ਪਿਆ। ਠੰਡ ਤੋਂ ਬਚਣ ਵਾਸਤੇ ਅੱਗ ਬਾਲ ਲੈਣੀ, ਤੇ ਬਲਦੀ ਹੋਈ ਅੱਗ ਦੇ ਨੇੜੇ ਕੋਈ ਜੰਗਲੀ ਜਾਨਵਰ ਵੀ ਨਹੀਂ ਸੀ ਆਉਂਦਾ। ਇੱਦਾਂ ਇਹਨੇ ਅੱਗ ਨੂੰ ਬਹੁਤ ਪਿਆਰ ਕੀਤਾ। ਪਰ ਉਹੀ ਅੱਗ ਜਦੋਂ ਕਦੇ ਬੇਕਾਬੂ ਹੋ ਕੇ ਇਹਨੇ ਅੱਗ ਨੇ ਇਹਦੇ ਘਰ ਨੂੰ, ਸਾਰੇ ਸਾਜੋ ਸਮਾਨ ਨੂੰ ਸਾੜ ਕੇ ਸੁਆਹ ਕਰ ਦਿੱਤਾ। ਇਹਨੇ ਮਿੱਥ ਲਿਆ ਵੀ ਇਹ ਅਗਨ ਦੇਵਤਾ ਨਾਰਾਜ਼ ਹੋ ਗਿਆ। ਇਸ ਤਰ੍ਹਾਂ ਵੱਖ-ਵੱਖ ਚੀਜ਼ਾਂ ਦੀ ਪੂਜਾ ਜਿਹੜੀ ਹੈ ਆਰੰਭ ਹੋ ਗਈ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਗੁਰਬਾਣੀ ਦੇ ਰਾਹੀਂ ਸਿਧਾਂਤ ਪ੍ਰਗਟ ਕੀਤਾ, ਉਹ ਇੱਕ ਪ੍ਰਮਾਤਮਾ ਦੀ ਪੂਜਾ, ਕੀਰਤਨ ਪੂਜਾ ਨੂੰ ਕੋਈ ਸਥਾਨ ਨਹੀਂ ਸੀ। ਸਗੋਂ ਬਾਣੀ ਵਿੱਚ ਤਾਂ ਮਨੁੱਖ ਦੀ ਇੱਕ ਵੱਡੀ ਭੁੱਲ ਜਿਹੜੀ ਹੈ ਗਿਣੀ ਗਈ। ਬਾਣੀ 'ਚ ਇੱਕ ਬਚਨ ਆਉਂਦਾ ਹੈ, ਕੀਤੇ ਕੋ ਮੇਰਾ ਸਮਾਨੈ ਕਰਨਹਾਰ ਤਿਰਣ ਜਾਣੈ। ਵੀ ਜਿਹੜੀ ਤਾਂ ਚੀਜ਼ ਪਰਮਾਤਮਾ ਨੇ ਕੋਈ ਪੈਦਾ ਕੀਤੀ, ਉਹਨੂੰ ਤੇ ਇਹਨੇ ਬਹੁਤ ਵੱਡਾ ਜਾਣ ਲਿਆ ਵੀ ਇਹ ਬੜੀ ਵੱਡੀ ਚੀਜ਼ ਹੈ, ਅਨੋਖੀ ਚੀਜ਼ ਹੈ। ਤੇ ਜਿਸ ਨੇ ਉਹ ਚੀਜ਼ ਪੈਦਾ ਕੀਤੀ ਆ, ਜਿਸ ਨੇ ਉਹ ਜਗਤ ਪੈਦਾ ਕੀਤਾ, ਉਹ ਅਕਾਲ ਪੁਰਖ ਵਾਹਿਗੁਰੂ, ਉਹਨੂੰ ਇਹਨੇ ਤੀਲੇ ਦੇ ਸਮਾਨ ਹੀ ਜਾਣਿਆ, ਭਾਵ ਉਸ ਦੇ ਨਾਲ ਨਾ ਜੁੜਿਆ। ਤੇ ਫਿਰ ਮਹਾਰਾਜ ਨੇ ਦਾਤਾਂ ਦੇ ਨਾਲ ਜੁੜੇ ਹੋਏ ਮਨੁੱਖ ਨੂੰ, ਜਿਸ ਨੇ ਦਾਤੇ ਨੂੰ ਭੁਲਾਇਆ ਹੋਇਆ ਸੀ, ਜਦੋਂ ਉਹਦੀ ਗੱਲ ਕੀਤੀ ਤੇ ਮਹਾਰਾਜ ਕਹਿਣ ਲੱਗੇ, ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦਿਸੈ। ਕੋਈ ਵਿਅਕਤੀ ਕਿਸੇ ਵੱਡੇ ਅਫਸਰ ਦੇ ਕੋਲ ਜਾਵੇ, ਉਹਦੇ ਘਰ ਜਾਵੇ ਤੇ ਉਹਦੇ ਨੌਕਰ ਨੂੰ ਤੇ ਮੱਥਾ ਟੇਕੀ ਜਾਵੇ, ਅਫਸਰ ਨੂੰ ਬੁਲਾਵੇ ਕੋਈ ਨਾ। ਇਸ ਤਰ੍ਹਾਂ ਕਹਿਣ ਲੱਗੇ, ਉਹ ਜਿਹੜਾ ਸਾਰੀਆਂ ਦਾਤਾਂ ਦਾ ਮਾਲਕ ਸੀ ਦਾਤਾ, ਉਹਦੇ ਨਾਲ ਤਾਂ ਨਿਉ ਲਾਇਆ ਨਾ। ਤੇ ਜਿਹੜੀਆਂ ਉਹਦੀਆਂ ਦਾਤਾਂ ਸੀ, ਦਾਤ ਪਿਆਰੀ ਵਿਸਰਿਆ ਦਾਤਾਰਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਬਚਨ ਆਉਂਦਾ ਹੈ, ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਤੇ ਭਗਤ ਕਬੀਰ ਸਾਹਿਬ ਜੀ ਨੇ ਵੀ ਅੱਜ ਅਸੀਂ ਜੋ ਪਾਠ ਸਰਵਣ ਕੀਤਾ ਹੈ, ਇਹ ਇਸ ਲਿਖਤ ਦੇ ਮੁਤਾਬਕ ਹਫ਼ਤੇ ਦਾ ਇਹ ਆਖਰੀ ਦਿਨ ਗੁਰਬਾਣੀ ਦੇ ਮੁਤਾਬਕ, ਕਿਉਂਕਿ ਗੁਰਬਾਣੀ ਵਿੱਚ ਐਤਵਾਰ ਤੋਂ ਆਰੰਭਤਾ ਕੀਤੀ ਗਈ ਕਿ ਐਤਵਾਰ ਨੂੰ ਭਗਤੀ ਦਾ ਆਰੰਭ ਕੀਤਾ ਜਾਵੇ। ਐੜੇ ਤੋਂ ਹੀ ਦਿਨ ਦਾ ਨਾਮ ਤੇ ਉਪਦੇਸ਼ ਵੀ ਐੜੇ ਰਾਹੀਂ ਆਰੰਭ ਭਗਤੀ ਦੀ ਆਰੰਭਤਾ ਕੀਤੀ ਜਾਵੇ। ਸੋਮਵਾਰ ਨੂੰ ਸਸ ਚੰਦਰਮਾ ਭਾਵ ਸ਼ਾਂਤੀ, ਠੰਡਕ ਜੀਵਨ ਦੇ ਵਿੱਚ ਮਨੁੱਖ ਠੰਡਕ ਲਿਆਵੇ, ਸਹਿਜ ਲਿਆਵੇ, ਸ਼ਾਂਤੀ ਲਿਆਵੇ। ਤੇ ਮੰਗਲਵਾਰ ਦੇ ਰਾਹੀਂ ਮਹੀਤ ਕਿਲੇ ਨੂੰ ਕਹਿੰਦੇ ਵੀ ਸਰੀਰ ਰੂਪੀ ਕਿਲਾ ਹੈ, ਤੇ ਇਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਗੁਣ, 5 ਵਿਕਾਰ ਚੋਰੀ ਕਰਕੇ ਲੈ ਜਾਂਦੇ ਨੇ, ਉਹਨਾਂ ਤੇ ਨਿਗਾਹ ਰੱਖਣੀ। ਤੇ ਫਿਰ ਇਸੇ ਤਰ੍ਹਾਂ ਹੀ ਬੁੱਧਵਾਰ ਦੇ ਰਾਹੀਂ ਬੁੱਧੀ ਨੂੰ ਗਿਆਨਵਾਨ ਤੇ ਬਲਵਾਨ ਕਰਨ ਦੀ ਪ੍ਰੇਰਨਾ ਕੀਤੀ ਕਿ ਬੁੱਧੀ ਦੀ ਯੋਗ ਵਰਤੋਂ ਕਰੇ ਮਨੁੱਖ। ਤੇ ਵੀਰਵਾਰ ਦੇ ਰਾਹੀਂ ਬ੍ਰਹਿਸਪਤ ਬੱਬੇ ਅੱਖਰ ਰਾਹੀਂ ਲਿਖ ਕੇ ਵਿਖਿਆ ਦੇ ਵਿਹਾਏ ਦਾ ਉਪਦੇਸ਼ ਦਿੱਤਾ ਵੀ ਜਿਹੜੇ ਵਿਖ ਹੈ, ਮਾਇਆ ਰੂਪੀ ਵਿਸ਼ੇ ਵਿਕਾਰ ਜਿਹੜੇ, ਉਹਨਾਂ ਤੋਂ ਨਿਰਲੇਪ ਰਹਿਣਾ। ਸ਼ੁੱਕਰਵਾਰ ਦੇ ਰਾਹੀਂ ਸੁਕ੍ਰਿਤ ਅਤੇ ਸਹਾਰਾ, ਸੱਸੇ ਤੋਂ ਦਿਨ ਦਾ ਨਾਮ ਸ਼ੁੱਕਰਵਾਰ, ਉਹਦੇ ਤੋਂ ਸੁਕ੍ਰਿਤ ਕਰਨ ਦੀ ਪ੍ਰੇਰਨਾ ਕੀਤੀ। ਅਤੇ ਫਿਰ ਸਹਾਰਾ, ਸਹਾਰਨ ਦਾ ਗੁਣ, ਸਹਿਣਸ਼ੀਲਤਾ, ਇਹ ਜੀਵਨ ਦੇ ਵਿੱਚ ਵੱਡਾ ਗੁਣ ਹੈ, ਇਹਨੂੰ ਧਾਰਨ ਕਰਨ ਦੀ ਪ੍ਰੇਰਨਾ ਕੀਤੀ। ਤੇ ਅੱਜ ਜੋ ਇਹ, ਜਿਸ ਨੂੰ ਅਸੀਂ ਸ਼ਨੀਵਾਰ ਵੀ ਲਿਖਦੇ ਹਾਂ, ਸ਼ਨਿਚਰਵਾਰ ਵੀ ਆਖਦੇ ਹਾਂ,
ਤੇ ਕਬੀਰ ਸਾਹਿਬ ਜੀ ਨੇ ਇਹਦੇ ਵਾਸਤੇ ਸ਼ਬਦ ਵਰਤਿਆ ਥਾਵਰ। ਥਾਵਰ ਦਾ ਅਰਥ ਵੀ ਹੈ ਸ਼ਨੀਚਰਵਾਰ। ਥਾਵਰ ਥਿਰ ਕਰ ਰਾਖੈ ਸੋਏ, ਥੱਥੇ ਤੋਂ ਹੀ ਦਿਨ ਦਾ ਨਾਮ ਥਾਵਰ ਆਖਿਆ ਤੇ ਥੱਥੇ ਦੇ ਰਾਹੀਂ ਉਪਦੇਸ਼ ਦਿੱਤਾ ਥਿਰ ਕਰ ਰਾਖੈ ਸੋਏ, ਕਿ ਜਿਹੜੇ ਸਾਡੇ ਇਹ ਇੰਦਰੇ ਨੇ ਇਹਨਾਂ ਨੂੰ ਥਿਰ ਰੱਖਣਾ। ਥਿਰ ਰੱਖਣਾ ਭਾਵ ਆਪਣੇ ਟਿਕਾਣੇ ਤੇ ਟਿਕੇ ਰਹਿਣਾ। ਜੇ ਮਨ ਟਿਕਾਊ ਜ ਨਹੀਂ ਹੈ ਤਾਂ ਸਾਡਾ ਕੋਈ ਵੀ ਕਾਰਜ ਜਿਹੜਾ ਹੈ ਉਹ ਸਫਲ ਨਹੀਂ ਹੋ ਸਕਦਾ। ਕਈ ਵਾਰੀ ਮਨੁੱਖ ਦੇ ਕੋਲੋਂ ਜਦੋਂ ਕੋਈ ਭੁੱਲ ਹੋ ਜਾਵੇ, ਗਲਤੀ ਹੋ ਜਾਵੇ, ਤਾਂ ਉਹ ਕਹਿੰਦਾ ਮੇਰਾ ਧਿਆਨ ਭਟਕ ਗਿਆ ਸੀ। ਧਿਆਨ ਦਾ ਮਨੁੱਖ ਦੇ ਜੀਵਨ ਦੇ ਵਿੱਚ ਬੜਾ ਮਹੱਤਵ ਹੈ। ਜਦੋਂ ਪਰਿਵਾਰ ਦਾ ਕੋਈ ਜੀਅ ਕਿਸੇ ਦੁਰਡੇ ਸਫ਼ਰ ਦੇ ਲਈ ਘਰੋਂ ਨਿਕਲਦਾ ਤੇ ਵਾਰੀ-ਵਾਰੀ ਸਾਰੇ ਜੀਅ ਕਹਿੰਦੇ ਨੇ ਧਿਆਨ ਨਾਲ ਜਾਵੀਂ। ਇਸ ਕਰਕੇ ਕਹਿਣ ਲੱਗੇ ਆਪਣੇ ਇੰਦਰੀਆਂ ਨੂੰ ਟਿਕਾ ਕੇ ਰੱਖਣਾ। ਟਿਕਾਓ ਥਾਵਰ ਥਿਰ ਕਰ ਰਾਖੈ ਸੋਏ, ਕਿ ਜੇ ਮਨ ਟਿਕਾਓ ਚ ਹੋਏਗਾ, ਮਨ ਟਿਕਿਆ ਹੋਏਗਾ, ਤਾਂ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਜਦੋਂ ਮਨੁੱਖ ਕਰੇਗਾ, ਜਿਹੜਾ ਉਹ ਪ੍ਰਮਾਤਮਾ ਜੋਤ ਦੀ ਵੱਟੀ ਘਟ ਮਹਿ ਜੋਏ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਰੱਬੀ ਨੂਰ ਦੀ ਇੱਕ ਵੱਟੀ, ਇੱਕ ਜੋਤ, ਉਹ ਸਾਡੇ ਸਰੀਰ ਦੇ ਅੰਦਰ ਵਿਦਮਾਨ ਹੈ। ਜੋਤ ਦੀ ਵੱਟੀ ਘਟ ਮਹਿ ਜੋਏ, ਕਿ ਹਰੇਕ ਦੇ ਅੰਦਰ ਉਹ ਰੱਬੀ ਜੋਤ ਟਿਕੀ ਹੋਈ ਹੈ। ਉਸ ਨੂੰ ਮਹਿਸੂਸ ਕਰਨਾ ਇਹੀ, ਕਿਉਂਕਿ ਸ਼ਨੀਵਾਰ ਦੇ ਪ੍ਰਕੋਪ ਤੋਂ ਲੋਕ ਡਰਦੇ ਸੀ। ਬਹੁਤ ਵੱਡਾ ਇੱਕ ਇਹ ਵਹਿਮ ਪ੍ਰਚਲਿਤ ਹੈ, ਅੱਜ ਵੀ ਪ੍ਰਚਲਿਤ ਹੈ, ਕਿਉਂਕਿ ਜਿਹੜਾ ਸ਼ਨੀ ਹੈ ਉਹ ਸੂਰਜ ਦਾ ਪੁੱਤਰ ਗਿਣਿਆ ਗਿਆ ਅਤੇ ਉਹ ਬਹੁਤ ਆਲਸੀ ਤੇ ਬੜਾ ਦਲਿਦਰੀ ਮੰਨਿਆ ਜਾਂਦਾ ਰਿਹਾ। ਤੇ ਫਿਰ ਉਹਦੇ ਨਾਲ ਉਹਦੇ ਭਰਾਵਾਂ ਤੇ ਭਰਜਾਈਆਂ ਦੇ ਵੱਲੋਂ ਵੀ ਕੋਈ ਬਹੁਤਾ ਚੰਗਾ ਆਦਰ ਵਾਲਾ ਕਹਿੰਦੇ ਸਲੂਕ ਨਾ ਕੀਤਾ ਗਿਆ। ਫਿਰ ਆਖਰ ਉਹਦੇ ਵਚਨ ਪੂਰੇ ਹੋਣ ਲੱਗ ਪਏ ਤੇ ਉਹਦੀ ਪੂਜਾ ਮਾਨਤਾ ਵੱਧ ਗਈ। ਇਸ ਤਰ੍ਹਾਂ ਸ਼ਨੀ ਨੂੰ ਇੱਕ ਦੇਵਤੇ ਦੇ ਵਜੋਂ ਵੀ ਜਿਹੜਾ ਹੈ ਮਿਥਿਆ ਗਿਆ। ਪਰ ਜਿਵੇਂ ਪਹਿਲਾਂ ਜ਼ਿਕਰ ਕੀਤਾ ਵੀ ਗੁਰਬਾਣੀ ਦੇ ਵਿੱਚ ਇੱਕ ਅਕਾਲ ਪੁਰਖ ਦੀ ਪੂਜਾ ਤੋਂ ਛੁੱਟ ਹੋਰ ਕਿਸੇ ਤਰ੍ਹਾਂ ਦੀ ਵੀ ਕਿਸੇ ਚੀਜ਼ ਦੀ ਪੂਜਾ ਪ੍ਰਵਾਨ ਨਹੀਂ ਹੈ। ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ ਕਿ ਇੱਕ ਹੀ ਜਨਮ ਦੇਣ ਵਾਲਾ ਹੈ, ਇੱਕ ਹੀ ਰਿਜ਼ਕ ਦੇਣ ਵਾਲਾ ਹੈ, ਕੋਈ ਮਾਰਨ ਜਵਾਲਣ ਵਾਲਾ ਹੈ, ਇੱਕ ਦੀ ਟੇਕ। ਤੇ ਕਬੀਰ ਸਾਹਿਬ ਜੀ ਵੀ ਕਹਿੰਦੇ ਭਾਈ ਜੇ ਤੈਨੂੰ ਕਿਸੇ ਤਰ੍ਹਾਂ ਦਾ ਕੋਈ ਪ੍ਰਕੋਪ ਦਾ ਡਰ ਹੈ, ਕੋਈ ਹੋਰ ਹੈ, ਤੇ ਤੂੰ ਉਪਾਅ ਚਾਹੁੰਦਾ ਹੈ, ਤੂੰ ਚਾਹੁੰਦਾ ਵੀ ਮੇਰੇ ਨੇੜੇ ਕੋਈ ਦੁੱਖ ਕੋਈ ਮੁਸੀਬਤ ਨਾ ਆਵੇ, ਤੇ ਮਹਾਰਾਜ ਕਹਿੰਦੇ ਸਭ ਤੋਂ ਵੱਡਾ ਜਿਹੜਾ ਤੇਰੇ ਲਈ ਕੰਮ ਕਰਨ ਵਾਲਾ ਉਹ ਹੈ ਵੀ ਆਪਣੇ ਇੰਦਰੀਆਂ ਨੂੰ ਥਿਰ ਰੱਖਣਾ, ਕਾਬੂ 'ਚ ਰੱਖਣਾ, ਕੰਟਰੋਲ 'ਚ ਰੱਖਣਾ। ਤੇ ਜਿਹੜੀ ਉਹ ਰੱਬੀ ਜੋਤ ਤੇਰੇ ਅੰਦਰ ਹੈ ਉਹਨੂੰ ਪਹਿਚਾਨਣਾ, ਆਪਣੇ ਆਪ ਨੂੰ ਉਸ ਪਰਮਾਤਮਾ ਦਾ ਰੂਪ ਜਾਣਨਾ। ਕਹੋ ਕਬੀਰ ਹਮ ਰਾਮ ਕੀ ਅੰਸ਼, ਕਿ ਅਸੀਂ ਉਸ ਪਰਮਾਤਮਾ ਦੇ ਭੇਜੇ ਹੋਏ ਸੰਸਾਰ ਦੇ ਉੱਤੇ ਆਏ ਆ। ਉਹ ਪਰਮਾਤਮਾ ਹੀ ਸਾਡੇ ਜੀਵਨ ਦਾ ਮੂਲ ਹੈ ਤੇ ਉਹਦੇ ਨਾਲ ਜੁੜਨ ਦੇ ਲਈ ਹੀ ਸਾਨੂੰ ਜਿਹੜਾ ਨਾ ਉਦਮ ਕਰਨਾ ਚਾਹੀਦਾ ਹੈ, ਨਾ ਕਿ ਕਿਸੇ ਹੋਰ ਚੀਜ਼ ਦਾ ਕੋਈ ਵਹਿਮ ਪਾਲ ਕੇ ਕਿਸੇ ਤਰ੍ਹਾਂ ਦਾ ਡਰ ਕੋਈ ਮਨ 'ਚ ਰੱਖਣਾ। ਗੁਰੂ ਨਾਨਕ ਸਾਹਿਬ ਜੀ ਆਂਧਰਾ ਪ੍ਰਦੇਸ਼ ਦੇ ਕੜੱਪਾ ਨਗਰ ਦੇ ਵਿੱਚ ਜਦੋਂ ਗਏ ਸਨ, ਉੱਥੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਸ਼ਨੀ ਦੇਵਤੇ ਦੇ ਪ੍ਰਕੋਪ ਤੋਂ ਡਰ ਰਹੇ ਸੀ, ਘਬਰਾਏ ਹੋਏ ਸੀ। ਮਹਾਰਾਜ ਨੇ ਉਹਨਾਂ ਨੂੰ ਸੰਦੇਸ਼ ਦਿੱਤਾ, ਉਹਨਾਂ ਨੂੰ ਭਰਮ ਦੇ ਵਿੱਚੋਂ ਕੱਢ ਕੇ ਇੱਕ ਅਕਾਲ ਪੁਰਖ ਦਾ ਸਿਮਰਨ ਕਰਨ ਦੀ ਪ੍ਰੇਰਨਾ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਵਿੱਚ ਵੀ ਇੱਕ ਘਟਨਾ ਆਉਂਦੀ ਹੈ ਕਿ ਜਦੋਂ ਇੱਕ ਦਿਨ ਇੱਕ ਜੋਤਸ਼ੀ ਆ ਕੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੂੰ ਭਰਮਾਉਣ ਦਾ ਯਤਨ ਕਰਦਾ ਹੈ, ਤੁਹਾਡੇ ਤੇ ਪ੍ਰਕੋਪ ਹੈ, ਤੁਹਾਡੇ ਤੇ ਸ਼ਨੀ ਭਾਰੂ ਹੈ, ਏਦਾਂ ਦੀਆਂ ਗੱਲਾਂ ਕੀਤੀ। ਕਹਿੰਦਾ ਉਪਾਅ ਕਰਾਓ। ਮਹਾਰਾਜ ਜੀ ਵੀ ਆਪਣੀ ਮੌਜ ਵਿੱਚ ਸਨ। ਉਹਨਾਂ ਨੇ ਕਿਹਾ ਜੀ
ਭਲਾ ਹੋਇਆ ਪੰਡਤ ਜੀ ਤੁਸੀਂ ਆ ਗਏ, ਜੇ ਤੁਸੀਂ ਨਾ ਆਉਂਦੇ ਤੇ ਸਾਡਾ ਇਹ ਗ੍ਰਹਿ ਕਿਹਨੇ ਟਾਲਣਾ ਸੀ, ਸਾਡਾ ਉਪਾਅ ਕਿਸ ਨੇ ਕਰਨਾ ਸੀ, ਦੱਸੋ ਕੀ ਸੇਵਾ ਕਰੀਏ ਤੁਹਾਡੀ। ਉਹਨੇ ਕਿਹਾ ਵੀ ਐਦਾਂ ਸਰੋਂ ਦਾ ਤੇਲ ਲਿਆਓ, ਮਾਂ ਦੀ ਦਾਲ ਇੰਨੀ ਲਿਆਓ, ਤੇ ਇਹਨਾਂ ਲੋਹਾ ਮੰਗਾ ਲਿਆ ਉਹਨੇ, ਇਹ ਚੀਜ਼ਾਂ ਮੰਗਵਾ ਲੀਆਂ ਤੇ ਮੰਤਰ ਮੁੰਤਰ ਪੜ੍ਹ ਕੇ ਤੇ ਸਾਰਾ ਸਾਜੋ ਸਮਾਨ ਪੋਤਿਆਂ ਦੇ ਲੱਦ ਕੇ ਤੁਰ ਪਿਆ। ਸਿੱਖ ਅੰਦਰੋਂ ਅੰਦਰ ਹੀ ਘੁਸਰ ਮੁਸਰ ਕਰ ਰਹੇ ਸੀ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅੱਜ ਕੀ ਹੋ ਗਿਆ। ਸਾਨੂੰ ਕੁਝ ਪੜ੍ਹਾਉਂਦੇ ਰਹੇ, ਸਾਨੂੰ ਉਪਦੇਸ਼ ਕੁਝ ਦਿੰਦੇ ਰਹੇ ਵੀ ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਲ, ਮੜੀ ਮਟ ਭੂਲ ਨ ਮੰਨੈ। ਤੇ ਆਪ ਹੱਥ ਵਿਖਾ ਰਹੇ ਨੇ ਜੋਤਸ਼ੀ ਕੋਲ, ਆਪਣਾ ਉਪਾਅ ਕਰਾ ਰਹੇ ਨੇ। ਉੱਥੇ ਤੇ ਉਹ ਗੁਰੂ ਜੀ ਦੇ ਅਦਬ ਕਰਕੇ ਕੁਝ ਬੋਲੇ ਨਾ, ਪਰ ਮਨ ਵਿੱਚ ਉਹ ਬੇਚੈਨ ਜ਼ਰੂਰ ਸਨ। ਤਾਂ ਜਦੋਂ ਉਹ ਜੋਤਸ਼ੀ ਥੋੜਾ ਜਿਹਾ ਪਰੇ ਗਿਆ, ਦੂਰ ਗਿਆ, ਤੇ ਉਹਨੂੰ ਘੇਰ ਲਿਆ ਜਾ ਕੇ ਤੇ ਕਹਿਣ ਲੱਗੇ ਵੀ ਇਹ ਜਿਹੜਾ ਨਾ ਤੂੰ ਲੈ ਕੇ ਚੱਲਿਆ ਸਰੋਂ ਦਾ ਤੇਲ ਹੈ, ਮਾਂ ਦੀ ਦਾਲ ਹੈ, ਆ ਲੋਹਾ ਜਿਹੜਾ, ਇਹ ਤੈਨੂੰ ਅਸੀਂ ਕੋਈ ਚੀਜ਼ ਨਹੀਂ ਲਿਜਾਣ ਦੇਣੀ। ਉਹ ਕਹਿੰਦਾ ਮੈਂ ਉਪਾਅ ਕਰਕੇ ਆਏ। ਉਹ ਆਖਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਆਪ ਸਾਰੇ ਜਗਤ ਦਾ ਉਪਾਅ ਕਰਨ ਵਾਲੇ ਨੇ, ਉਹਨਾਂ ਦਾ ਤੂੰ ਕੀ ਉਪਾਅ ਕਰ ਆਇਆ। ਉਹ ਕਹਿੰਦਾ ਮੈਨੂੰ ਗੁਰੂ ਸਾਹਿਬ ਨੇ ਦਿੱਤਾ। ਉਹ ਕਹਿੰਦਾ ਵੀ ਜੋ ਵੀ ਹੈ ਅਸੀਂ ਤੈਨੂੰ ਇਹ ਚੀਜ਼ਾਂ ਲਿਜਾਣ ਨਹੀਂ ਦੇਣੀਆਂ। ਹਾਂ ਜੇ ਤੂੰ ਲੋੜਵੰਦ ਹੈ, ਤੂੰ ਆਖ ਵੀ ਮੈਨੂੰ ਚਾਹੀਦਾ, ਮੈਨੂੰ ਲੋੜਵੰਦ, ਅਸੀਂ ਇਹਦੇ ਨੂੰ ਦੁੱਗਣਾ ਰਾਸ਼ਨ ਤੇਰੇ ਘਰੇ ਸੁੱਟ ਕੇ ਆਵਾਂਗੇ, ਪਰ ਏਦਾਂ ਨਹੀਂ ਅਸੀਂ ਲਿਜਾਣ ਦੇਣਾ ਵੀ ਤੂੰ ਆਖੇ ਵੀ ਮੈਂ ਗ੍ਰਹਿ ਟਾਲ ਕੇ ਆਇਆ। ਤਾਂ ਉਹਨਾਂ ਗੁਰਸਿੱਖਾਂ ਨੇ ਉਹਦੇ ਕੋਲ ਖੋਲਿਆ ਸਾਰਾ ਕੁਝ, ਤੇ ਉਹ ਤੇਲ ਜਿਹੜਾ ਸੀ ਉਹਦੇ ਵਿੱਚ ਉਹ ਮਾਂ ਦੀ ਦਾਲ ਪੀ ਕੇ ਉਹਦੇ ਬੜੇ ਬਣਾ ਕੇ ਤਲ ਕੇ ਲੰਗਰ ਲਾ ਦਿੱਤਾ। ਜਿਹੜਾ ਲੋਹਾ ਸੀ, ਲੋਹਗੜ੍ਹ ਦੀ ਜਿਹੜੀ ਹੈ ਇੱਕ ਫੈਕਟਰੀ ਸੀ, ਇੱਥੇ ਹਥਿਆਰ ਘੜੇ ਜਾਂਦੇ ਸੀ, ਜਿਹੜੀ ਭਾਈ ਬਜਿੰਦਰ ਸਿੰਘ ਹਾਥੀ ਦੇ ਮੱਥੇ 'ਚ ਨਾਗਣੀ ਮਾਰਦੇ ਨੇ, ਉਹ ਨਾਗਣੀ ਵੀ ਉਸੇ ਫੈਕਟਰੀ ਲੋਹਗੜ੍ਹ ਦੇ ਵਿੱਚ ਤਿਆਰ ਹੋਈ ਸੀ। ਤੇ ਇੱਥੇ ਲਿਆ ਕੇ ਨਾ ਸਿੱਖਾਂ ਨੇ, ਜਿਹੜੇ ਕਾਰੀਗਰ ਸਨ ਸਿੱਖ, ਉਹਨਾਂ ਨੇ ਕੀ ਕੀਤਾ, ਉਹ ਕੜੇ ਬਣਾ ਲਏ ਲੋਹੇ ਦੇ, ਤੇ ਮਹਾਰਾਜ ਜੀ ਦੇ ਕੋਲ ਚਲੇ ਗਏ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ, ਗੁਰਸਿੱਖਾਂ ਨੂੰ ਉਹ ਵੇਖ ਕੇ ਖੁਸ਼ ਹੋਏ। ਕਈ ਵਿੱਚੋਂ ਸੋਚਦੇ ਸੀ ਵੀ ਗੁਰੂ ਸਾਹਿਬ ਨਾਰਾਜ਼ ਹੋਣਗੇ, ਉਹ ਕਹਿਣਗੇ ਵੀ ਅਸੀਂ ਉਹਨੂੰ ਦਾਨ ਦਿੱਤਾ ਸੀ, ਇਹ ਖੋਹ ਲਿਆ ਹੈ। ਮਹਾਰਾਜ ਸਤਿਗੁਰੂ ਪ੍ਰਸੰਨ ਹੋ ਕੇ ਕਹਿੰਦੇ ਸਾਨੂੰ ਖੁਸ਼ੀ ਹੋਈ ਕਿ ਸਾਡਾ ਖਾਲਸਾ ਜਵਾਨ ਹੋ ਗਿਆ। ਕਿ ਨਿਆਣੇ ਨੂੰ ਤੇ ਕੋਈ ਭਰਮਾ ਸਕਦਾ ਹੈ, ਜਵਾਨ ਦੇ ਕੋਲੇ ਆਪਣੀ ਸੋਝੀ ਆ ਜਾਂਦੀ ਹੈ, ਸੂਝ-ਬੂਝ ਅਕਲ ਆ ਜਾਂਦੀ ਹੈ, ਉਹ ਕਿਸੇ ਦੇ ਪਿੱਛੇ ਨਹੀਂ ਲੱਗਦਾ ਬਿਨਾਂ ਸੋਚੇ ਵਿਚਾਰੇ। ਤੇ ਕਹਿੰਦੇ ਸਾਡਾ ਖਾਲਸਾ ਜਵਾਨ ਹੋ ਗਿਆ। ਮਹਾਰਾਜ ਜੀ ਨੇ ਉਹ ਕੜੇ ਜਿਹੜੇ ਦੇਖ ਕੇ ਨਾ ਸਿੱਖਾਂ ਨੂੰ ਕਹਿੰਦੇ ਵੀ ਤੁਸੀਂ ਇਹ ਬਹੁਤ ਵੱਡੇ ਇੱਕ ਭਰਮ ਦੇ ਉੱਤੇ ਨਾ ਜਿੱਤ ਪ੍ਰਾਪਤ ਕੀਤੀ ਹੈ। ਕਹਿੰਦੇ ਇਹ ਜਿੱਤ ਦਾ ਤੁਹਾਨੂੰ ਇਨਾਮ ਇਹੀ ਦਿੰਦੇ ਆ। ਉਹ ਕੜੇ ਮਹਾਰਾਜ ਨੇ ਆਪ ਸਿੱਖਾਂ ਦੇ ਹੱਥਾਂ 'ਚ ਪਹਿਨਾ ਦਿੱਤੇ। ਕਹਿੰਦੇ ਇਹ ਕੜਾ ਇਸ ਗੱਲ ਦਾ ਪ੍ਰਤੀਕ ਹੈ ਵੀ ਸਿੱਖ ਵਹਿਮ ਨਹੀਂ ਕਰਦਾ, ਸਿੱਖ ਭਰਮ ਨਹੀਂ ਕਰਦਾ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਜੋ ਸਿੱਖ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਹ ਇਹੀ ਹੈ ਕਿ ਇੱਕ ਅਕਾਲ ਪੁਰਖ ਤੋਂ ਬਿਨਾਂ ਉਹ ਹੋਰ ਕਿਸੇ ਤਰ੍ਹਾਂ ਦਾ ਕਿਸੇ ਦਾ ਵੀ ਭੈ ਆਪਣੇ ਮਨ 'ਚ ਨਹੀਂ ਲਿਆਉਂਦਾ। ਕਿਉਂਕਿ ਇਹ ਗੱਲ ਜਿਹੜੀ ਹੈ ਵੱਡੀ ਪੱਧਰ ਤੇ ਪ੍ਰਚਲਿਤ ਹੋਈ, ਲੋਕਾਂ ਦੇ ਮਨਾਂ ਦੇ ਅੰਦਰ ਕਿਤੇ ਨਾ ਕਿਤੇ ਇਸ ਚੀਜ਼ ਦਾ ਜਿਹੜਾ ਨਾ ਭੈ ਬਣਿਆ ਹੋਇਆ ਵੀ ਜਿਹੜੇ ਇਹ ਦਿਨ ਵਾਰ ਨੇ, ਇਹਨਾਂ ਦੇ ਕਾਰਨ ਸ਼ਨੀ ਦੇ ਪ੍ਰਕੋਪ ਕਰਕੇ ਕੋਈ ਦੁੱਖ ਆ ਗਿਆ, ਜੇ ਇਹਦੀ ਪ੍ਰਸੰਨਤਾ ਹੋਵੇ ਤੇ ਸੁੱਖ ਆਵੇਗਾ। ਮਹਾਰਾਜ ਕਹਿੰਦੇ ਦੁੱਖ ਤੇ ਸੁੱਖ ਦੇਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਬਾਕੀ ਸਾਰੀਆਂ ਚੀਜ਼ਾਂ ਉਹਦੀਆਂ ਹੀ ਪੈਦਾ ਕੀਤੀਆਂ ਹੋਈਆਂ, ਤੇ ਜਦੋਂ ਸਾਡੀ ਸਾਂਝ ਉਸ ਇੱਕ ਦੇ ਨਾਲ ਹੋਏਗੀ ਤੇ ਫਿਰ ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰੂ ਨਾਮ ਦਿਰਨਾਇਆ, ਹੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ। ਇਸ ਕਰਕੇ ਕਹਿੰਦੇ ਆਪਣੇ ਮਨ ਨੂੰ ਟਿਕਾਉਣਾ ਪ੍ਰਭੂ ਦੀ ਇਬਾਦਤ ਵਿੱਚ, ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ। ਜੋਤ ਦੀ ਵੱਟੀ ਘਟ ਮਹਿ ਜੋਏ, ਉਹ ਰੱਬੀ ਜੋਤ ਜੋ ਸਾਡੇ ਅੰਦਰ ਸਾਰਿਆਂ ਦੇ ਅੰਦਰ ਵਿਦਮਾਨ ਹੈ, ਉਹਨੂੰ ਮਹਿਸੂਸ ਕਰਨਾ, ਉਹਨੂੰ ਪਹਿਚਾਨਣਾ। ਬਾਹਰ ਭੀਤਰ ਭਇਆ ਪ੍ਰਗਾਸ, ਜਿਹੜਾ ਇਉਂ ਉਸ ਪ੍ਰਭੂ ਨੂੰ ਪ੍ਰੇਮ ਕਰਦਾ ਹੈ, ਕਹਿੰਦੇ ਉਹਦੇ ਵਾਸਤੇ ਉਹਦੇ ਬਾਹਰ ਅੰਦਰ ਸਾਰੀਆਂ ਥਾਵਾਂ ਤੇ ਪ੍ਰਕਾਸ਼ ਭਾਵ ਉਹ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਦਾ ਹੈ। ਉਹ ਕਿਸੇ ਥਾਂ ਤੋਂ ਵੀ ਉਸ ਪ੍ਰਭੂ ਨੂੰ
दूर नहीं जानता। इसलिए ਉਹਨੂੰ ਕਿਸੇ ਦਾ ਭੈ नहीं, किसी का डर नहीं, क्योंकि वो हर थां ते वाहिगुरू जी ਨੂੰ ਆਪਣੇ ਨਾਲ महसूस करता है। तब हुआ सगल कर्म का नास। ਕਹਿੰਦੇ ਜਦੋਂ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਟੇਕ ਲਈ, ਉਹਦੀ ਸਿਫਤ ਸਲਾਹ ਵਿੱਚ ਜੁੜ ਗਏ, ਹਰ ਥਾਂ ਤੇ ਉਹਦੇ ਜ਼ਹੂਰ ਨੂੰ ਮਹਿਸੂਸ ਕੀਤਾ, ਤਾਂ ਕਹਿੰਦੇ ਫਿਰ ਜਿਹੜੇ ਸਾਰੇ ਕਰਮ ਨੇ, ਬੁਰੇ ਕਰਮ, ਉਹ ਸਭ ਨਾਸ਼ ਹੋ ਗਏ। ਭਾਵ ਕਿਸੇ ਨੇ ਪ੍ਰਭੂ ਦੀ ਇਬਾਦਤ ਵਿੱਚ ਜੁੜਨਾ ਕੀਤਾ। ਜਿੱਦਾਂ ਇੱਕ ਬਾਣੀ ਵਿੱਚ ਵਚਨ ਆਉਂਦਾ ਹੈ ਕਿ ਭਗਤ ਸਧਨਾ ਜਿਹਨੂੰ ਲੋਕ ਭਗਤੀ ਕਰਦੇ ਨੂੰ, ਉਹਨੂੰ ਕਹਿਣ ਤੇਰੇ ਕਰਮ ਏਦਾਂ ਦੇ, ਤੂੰ ਕਸਾਈ, ਤੂੰ ਆ ਬੜਾ ਕੁਝ ਐਸਾ ਗਿਣਿਆ। ਤਾਂ ਭਗਤ ਸਧਨਾ ਜੀ ਕਹਿੰਦੇ ਮੈਂ ਤਾਂ ਸਾਂਝ ਪਾਈ ਹੈ ਅਕਾਲ ਪੁਰਖ ਦੇ ਨਾਲ। ਤੇ ਫਿਰ ਅਕਾਲ ਪੁਰਖ ਨੂੰ ਕਹਿੰਦੇ ਨੇ ਤਬ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਸ ਹੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬਕ ਗਰਸ ਹੈ। ਕਿ ਵਾਹਿਗੁਰੂ ਜੀ ਮੈਂ ਤੇਰੇ ਨਾਮ ਨੂੰ ਅਰਾਧਿਆ ਹੈ, ਤੇ ਤੇਰੇ ਨਾਮ ਨੂੰ ਅਰਾਧਨ ਵਾਲੇ ਨੂੰ ਜੇ ਕੀਤੇ ਹੋਏ ਮੰਦੇ ਕਰਮਾਂ ਪਾਪਾਂ ਦਾ ਡਰ ਹੀ ਸਤਾਈ ਗਿਆ, ਤੇ ਫਿਰ ਨਾਮ ਨੂੰ ਅਰਾਧਨ ਦਾ ਕੀ ਫਾਇਦਾ ਹੋਇਆ? ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ। ਸਿੱਖ ਵਾਹਿਗੁਰੂ ਦਾ ਨਾਮ ਇਸ ਵਿਸ਼ਵਾਸ ਦੇ ਨਾਲ ਲੈਂਦਾ ਹੈ ਕਿ ਜਦੋਂ ਮੈਂ ਵਾਹਿਗੁਰੂ ਦੀ ਇਬਾਦਤ ਕਰਦਾ ਹਾਂ, ਜਦੋਂ ਮੈਂ ਉਹਦੇ ਮਾਰਗ ਤੇ ਤੁਰ ਪਿਆ, ਤੇ ਹੁਣ ਉਹ ਜਿਹੜਾ ਪਿੱਛੇ ਜੋ ਕੁਝ ਵੀ ਸੀ, ਤਬ ਹੁਆ ਸਗਲ ਕਰਮ ਕਾ ਨਾਸ। ਇਸ ਤੋਂ ਅੱਗੇ ਇੱਕ ਪਦਾ ਹੋਰ ਜਿਹੜਾ ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ, ਕਹਿੰਦੇ ਜਬ ਲਾ ਘਟ ਮੈਂ ਦੂਜੀ ਆ। ਜਦੋਂ ਤੁਹਾਡੇ ਅੰਦਰ ਇੱਕ ਪ੍ਰਭੂ ਤੋਂ ਛੁੱਟ ਕਿਸੇ ਹੋਰ ਤੇ ਟੇਕ ਹੋਏਗੀ, ਤੌਲੋ ਮਹਿਲ ਨਾ ਲਾਭੈ ਜਾਨ। ਕਹਿੰਦੇ ਉਦੋਂ ਤੱਕ ਤੁਹਾਨੂੰ ਅਸਲ ਟਿਕਾਣਾ ਨਹੀਂ ਲੱਭੇਗਾ। ਪਹਿਲਾਂ ਆਪਣਾ ਵਿਸ਼ਵਾਸ ਇੱਕ ਦੇ ਉੱਤੇ ਬਣਾਉਣਾ, ਇੱਕ ਦੇ ਉੱਤੇ ਟੇਕ ਰੱਖਣੀ। ਧਰ ਜੀਅਰੇ ਇੱਕ ਟੇਕ ਨੂੰ ਲਾਹੇ ਵਟਾਂਦੀ ਆਸ, ਨਾਨਕ ਨਾਮ ਧਿਆਈ ਹੈ ਕਾਰ ਜਾਵੈ ਰਾਸ। ਰਮਤ ਰਾਮ ਸਿਉ ਲਾਗੋ ਰੰਗ। ਕਹਿੰਦੇ ਫਿਰ ਜਦੋਂ ਰਮੇ ਹੋਏ ਹਰ ਥਾਂ ਤੇ ਹਾਜ਼ਰ ਨਾਜ਼ਰ ਉਸ ਪ੍ਰਭੂ ਦੇ ਨਾਲ ਜਦੋਂ ਸਾਡਾ ਪਿਆਰ ਬਣ ਜਾਏਗਾ, ਕਹੇ ਕਬੀਰ ਤਬ ਨਿਰਮਲ ਅੰਗ। ਕਹਿੰਦੇ ਉਦੋਂ ਫਿਰ ਸਾਡਾ ਅੰਗ, ਸਾਡਾ ਦਿਲ, ਸਾਡਾ ਤਨ ਨਿਰਮਲ ਹੋ ਜਾਏਗਾ, ਪਵਿੱਤਰ ਹੋ ਜਾਏਗਾ। ਨਿਰਮਲ ਭਏ ਸਰੀਰ ਜਨ ਧੂਰੀ ਨਾਏ। ਜਦੋਂ ਪ੍ਰਭੂ ਦੀ ਇਬਾਦਤ ਵਿੱਚ ਜੁੜੇ ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਤਨ ਮਨ ਸਭ ਕੁਝ ਪਵਿੱਤਰ ਹੋ ਗਿਆ। ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆ ਕਰ ਏਕ ਠੇ, ਏਕ ਰਤੀ ਦੇ ਪਾਹੇ। ਜਿੱਦਾਂ ਲੱਖਾਂ ਮਣ ਲੱਕੜਾਂ ਸਾੜਨ ਵਾਸਤੇ ਅੱਗ ਦੀ ਨਿੱਕੀ ਜਿਹੀ ਚਿੰਗਿਆੜੀ ਹੀ ਕਾਫੀ ਹੈ, ਐਦਾਂ ਹੀ ਸਾਡੇ ਜੀਵਨ ਦੇ ਜਿੰਨੇ ਵੀ ਵਿਕਾਰ ਪਾਪ ਦੋਖ ਨੇ, ਉਹਨਾਂ ਸਾਰਿਆਂ ਤੋਂ ਸਾਨੂੰ ਨਿਜਾਤ ਦਿਵਾਉਣ ਵਾਲਾ ਹੈ ਵਾਹਿਗੁਰੂ ਦਾ ਨਾਮ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਇੱਥੇ ਹੀ ਇਸ ਬਾਣੀ ਦੀ ਵਿਚਾਰ ਨੂੰ ਵਿਸ਼ਰਾਮ, ਸੰਪੂਰਨਤਾ ਬਾਣੀ ਦੀ ਵਿਚਾਰ ਕਰਦੇ ਹੋਈਆਂ ਬੋਲਾਂ ਖਿਮਾ ਕਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜਿਆ ਵਰਾਈਆਂ। ਰਾਗ ਰਤਨ ਪਰਵਾਰ ਪਰੀਆਂ, ਸਬਰ ਗਾਵਿਆਈਆਂ। ਆਨੰਦਾਂ ਗਾਵੋ ਹਰੀ ਕੇਰਾ, ਮਨ ਜੀ ਵਸਾਇਆ। ਆਨੰਦ ਕਾ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਤੂੰ ਸਦਾ ਰੋਹਾਲੇ, ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਕਾਰੂ ਕਰੇ ਤੇਰਾ, ਕਰ ਸਭ ਸਵਾਰਨਾ। ਗੱਲਾਂ ਸਮਰੱਥ ਸੁਆਮੀ, ਸੋਗ ਮਨੋ ਸਾਰੇ। ਮਨ ਮੇਰੇ ਸਦਾ ਰੋਹਾਲੇ, ਸਾਹਿਬਾ ਕਿਆ ਨਹੀਂ ਕਰੇ। ਤੇਰਾ ਸਭ ਕਿਛ ਹੈ, ਨਿਜ ਤੇ ਸੁਭਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਜਿਨ ਕੈ ਮਨ ਵਸਿਆ, ਕਾਹੇ ਸ਼ਬਦ ਕਰੇ। ਸੱਚੇ ਸਾਹਿਬ ਕਿਆ ਨਹੀਂ ਕਰਦੇ। ਸੱਚਾ ਨਾਮ ਮੇਰਾ ਆਧਾਰੂ, ਸਤਿ ਕਮਲਾ ਦਾਨ ਮਿਲਾ। ਸਭ ਗਵਾਈਆਂ, ਕਰਨਾ ਤੁਮਰੇ ਵਸਿਆ। ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਚਾਰੋ। ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ। ਸ਼ਬਦ ਧਰਮੋ ਪਿਆਰੋ, ਸੱਚਾ ਨਾਮ ਲਿਆ ਆਧਾਰੋ। ਪੰਜ ਸ਼ਬਦ
ਸ਼ਬਦ ਵਾਜੇ ਕਰ ਧਾਰੀਆ ਅਜ ਜੋਤਰ ਵਸ ਕੀਤੇ ਤੁਮਾਰੇ ਗਗਨ ਮਾਇਆ ਤੁਝੇ ਕੋ ਨਾਮ ਹਰ ਤੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਅਨਹਦ ਵਾਜੇ ਆਨੰਦ ਸੁਣੋ ਮਨ ਭਾਗਿਓ ਸਗਲ ਤਮੂਰੇ ਪਾਰ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਲੋਕ ਲੋਕ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸੱਚੇ ਮੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।